प्यारे विद्यार्थियों सत श्री अकाल। मैं प्रियंका महाजन, साइंस मिस्ट्रेस कॉमन गर्ल सीनियर सैकेंडरी स्कूल लोहियां खास जलंधर। ਅੱਜ ਤੁਹਾਨੂੰ 10ਵੀਂ ਜਮਾਤ ਦੇ ਅਧਿਆਇ ਨੰਬਰ 1 ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ ਰਸਾਇਣਿਕ ਕ੍ਰਿਆਵਾਂ ਅਤੇ ਸਮੀਕਰਨਾਂ ਦੇ ਕੁਝ ਇੰਪੋਰਟੈਂਟ ਰਿਐਕਸ਼ਨਸ, ਉਹਨਾਂ ਦੀ ਇਕੁਏਸ਼ਨਸ ਤੇ ਉਹਨਾਂ ਦੀ ਟਾਈਪਸ ਕਰਵਾਉਣ ਜਾ ਰਹੀ ਹਾਂ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਿਦਿਆਰਥੀ ਇਸ ਟੌਪਿਕ ਨੂੰ ਧਿਆਨ ਨਾਲ ਸਮਝੋਗੇ। ਤੇ ਚਲੋ ਬੇਟਾ ਅਸੀਂ ਸਟਾਰਟ ਕਰਨੇ ਆ। बेटा फर्स्ट रिएक्शन इज मैगनीशियम प्लस ऑक्सीजन टू फॉर्म मैगनीशियम ऑक्साइड। मैगनीशियम रिबन ਨੂੰ ਜਦੋਂ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਉਹ ਇੱਕ ਚਿੱਟੇ ਰੰਗ ਦੀ ਰਾਖ ਪੈਦਾ ਕਰਦਾ ਹੈ, ਜਿਸ ਨੂੰ ਅਸੀਂ ਮੈਗਨੀਸ਼ੀਅਮ ਆਕਸਾਈਡ ਕਹਿੰਦੇ ਹਾਂ। ਬੇਟਾ ਇਸ ਰਿਐਕਸ਼ਨ ਵਿੱਚ ਤੁਸੀਂ ਦੇਖੋ ਤੁਹਾਡੇ ਦੋ ਅਭਿਕਾਰਕ ਮੈਗਨੀਸ਼ੀਅਮ ਅਤੇ ਆਕਸੀਜਨ ਆਪਸ ਵਿੱਚ ਕਿਰਿਆ ਕਰ ਰਹੇ ਹਨ ਤੇ ਇੱਕ ਉਤਪਾਦ ਬਣਾ ਰਹੇ ਹਨ ਮੈਗਨੀਸ਼ੀਅਮ ਆਕਸਾਈਡ। ਕਿਉਂਕਿ ਦੋ ਅਭਿਕਾਰਕ ਆਪਸ ਵਿੱਚ ਸੰਯੋਜਿਤ ਹੋ ਕੇ ਇੱਕ ਉਤਪਾਦ ਬਣਾ ਰਹੇ ਹਨ, ਇਸ ਕਰਕੇ ਇਹ ਕਿਰਿਆ ਹੈ ਸੰਯੋਜਨ क्रिया ਕੰਬੀਨੇਸ਼ਨ ਰਿਐਕਸ਼ਨ। ਤੇ ਬੇਟੇ ਹਰ ਰਸਾਇਣਿਕ ਇਕੁਏਸ਼ਨ ਨੂੰ ਤੁਸੀਂ ਮਤਲਬ ਹਰ ਰਸਾਇਣਿਕ ਸਮੀਕਰਨ ਨੂੰ ਤੁਸੀਂ ਬੈਲੈਂਸ ਜ਼ਰੂਰ ਕਰਨਾ ਹੈ। ਉਸ ਤੋਂ ਬਾਅਦ ਸੈਕਿੰਡ ਰਿਐਕਸ਼ਨ ਇਜ਼ ਜ਼ਿੰਕ ਪਲਸ ਸਲਫਿਊਰਿਕ ਐਸਿਡ ਟੂ ਫਾਰਮ ਜ਼ਿੰਕ ਸਲਫੇਟ ਪਲਸ ਹਾਈਡਰੋਜਨ। ਜ਼ਿੰਕ ਜਦੋਂ ਸਲਫਿਊਰਿਕ ਐਸਿਡ ਨਾਲ ਰਿਐਕਟ ਕਰਦਾ ਹੈ ਤਾਂ ਉਹ ਜ਼ਿੰਕ ਸਲਫੇਟ ਅਤੇ ਹਾਈਡਰੋਜਨ ਬਣਾਉਂਦਾ ਹੈ। ਬੇਟੇ ਇਸ ਕਿਰਿਆ ਵਿੱਚ ਜਿਹੜਾ ਜ਼ਿੰਕ ਹੈ ਉਹ ਹਾਈਡਰੋਜਨ ਤੋਂ ਵੱਧ ਕਿਰਿਆਸ਼ੀਲ ਹੋਣ ਕਰਕੇ ਹਾਈਡਰੋਜਨ ਨੂੰ ਵਿਸਥਾਪਿਤ ਕਰ ਦਿੰਦਾ ਹੈ ਤੇ ਜ਼ਿੰਕ ਸਲਫੇਟ ਬਣਾ ਦਿੰਦਾ ਹੈ। ਕਿਉਂਕਿ ਇਸ ਕਿਰਿਆ ਵਿੱਚ ਵਿਸਥਾਪਨ ਹੋਇਆ, ਹਾਈਡਰੋਜਨ ਦਾ ਵਿਸਥਾਪਨ ਹੋਇਆ, ਜ਼ਿੰਕ ਨੇ ਉਸ ਨੂੰ ਵਿਸਥਾਪਿਤ ਕੀਤਾ ਤੇ ਇਸ ਕਰਕੇ ਇਸ ਕਿਰਿਆ ਨੂੰ ਅਸੀਂ ਵਿਸਥਾਪਨ ਕਿਰਿਆ ਡਿਸਪਲੇਸਮੈਂਟ ਰਿਐਕਸ਼ਨ ਕਹਿੰਦੇ ਹਾਂ। ਥਰਡ ਰਿਐਕਸ਼ਨ कैल्शियम ऑक्साइड प्लस वाटर टू फॉर्म कैल्शियम हाइड्रोक्साइड प्लस हीट एनर्जी। कैल्शियम ऑक्साइड ਜਿਸ ਨੂੰ ਤੁਸੀਂ ਕੁਇਕ ਲਾਈਮ ਅਣਬੁਝਿਆ ਚੂਨਾ ਕਹਿੰਦੇ ਹੋ, ਜਦੋਂ ਪਾਣੀ ਨਾਲ ਕਿਰਿਆ ਕਰਦਾ ਹੈ ਤਾਂ ਉਹ ਸਲੇਕਡ ਲਾਈਮ ਬੁਝਿਆ ਚੂਨਾ ਕੈਲਸ਼ੀਅਮ ਹਾਈਡਰੋਕਸਾਈਡ ਬਣਾਉਂਦਾ ਹੈ, ਨਾਲ ਨਿਕਲਦੀ ਹੈ ਤਾਪ ਊਰਜਾ। ਇਸ ਰਿਐਕਸ਼ਨ ਵਿੱਚ ਵੀ ਦੋ ਅਭਿਕਾਰਕ ਆਪਸ ਵਿੱਚ ਕਿਰਿਆ ਕਰਕੇ ਇੱਕ ਉਤਪਾਦ ਬਣਾ ਰਹੇ ਹਨ, ਇਸ ਕਰਕੇ ਇਹ ਕਿਰਿਆ ਵੀ ਸੰਯੋਜਨ ਕਿਰਿਆ ਕੰਬੀਨੇਸ਼ਨ ਰਿਐਕਸ਼ਨ ਦੀ ਹੀ ਇੱਕ ਉਦਾਹਰਨ ਹੈ। ਨੈਕਸਟ ਕੈਲਸ਼ੀਅਮ ਕਾਰਬੋਨੇਟ ਨੂੰ ਤੁਸੀਂ ਹੀਟ ਕੀਤਾ, ਗਰਮ ਕੀਤਾ ਤੇ ਉਹ ਬਣਾ ਦਿੰਦਾ ਹੈ ਕੈਲਸ਼ੀਅਮ ਆਕਸਾਈਡ ਤੇ ਕਾਰਬਨ ਡਾਈਆਕਸਾਈਡ। ਮਤਲਬ ਕੈਲਸ਼ੀਅਮ ਕਾਰਬੋਨੇਟ ਗਰਮ ਕਰਨ ਤੇ ਅਪਘਟਿਤ ਹੁੰਦਾ ਹੈ ਤੇ ਕੈਲਸ਼ੀਅਮ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਬਣਾਉਂਦਾ ਹੈ। ਇਸ ਵਿੱਚ ਇੱਕ ਅਭਿਕਾਰਕ ਤਾਪ ਊਰਜਾ ਦੀ ਸਹਾਇਤਾ ਨਾਲ ਅਪਘਟਿਤ ਹੋ ਕੇ ਦੋ ਉਤਪਾਦ ਬਣਾ ਰਿਹਾ ਹੈ। ਇਸ ਤਰ੍ਹਾਂ ਦੀ ਜਿਹੜੀ ਕਿਰਿਆ ਹੁੰਦੀ ਹੈ ਉਸ ਨੂੰ ਅਸੀਂ ਤਾਪ ਅਪਘਟਨ ਕਿਰਿਆ ਥਰਮਲ ਡੀਕੰਪੋਜੀਸ਼ਨ ਰਿਐਕਸ਼ਨ ਕਹਿੰਦੇ ਹਾਂ। ਨੈਕਸਟ ਰਿਐਕਸ਼ਨ ਵੀ ਦੇਖੋ, ਲੈਡ ਨਾਈਟ੍ਰੇਟ, ਉਸ ਨੂੰ ਵੀ ਤੁਸੀਂ ਹੀਟ ਕੀਤਾ, ਗਰਮ ਕੀਤਾ ਤੇ ਬਣ ਗਿਆ ਲੈਡ ਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਤੇ ਆਕਸੀਜਨ। ਬੇਟਾ ਇਹਦੇ ਵਿੱਚ ਵੀ ਇੱਕ ਅਭਿਕਾਰਕ ਗਰਮ ਕਰਨ ਤੇ ਅਪਘਟਿਤ ਹੋ ਰਿਹਾ ਹੈ ਤੇ ਉਹ ਤਿੰਨ ਉਤਪਾਦ ਬਣਾ ਰਿਹਾ ਹੈ। ਅਜਿਹੀ ਕਿਰਿਆ ਨੂੰ ਵੀ ਅਸੀਂ ਤਾਪ ਅਪਘਟਨ ਕਿਰਿਆ ਥਰਮਲ ਡੀਕੰਪੋਜੀਸ਼ਨ ਰਿਐਕਸ਼ਨ ਕਹਿੰਦੇ ਹਾਂ। ਸਿਕਸਥ ਦੇਖੋ, ਸਿਲਵਰ ਕਲੋਰਾਈਡ, ਸੂਰਜ ਦੇ ਪ੍ਰਕਾਸ਼ ਵਿੱਚ ਇਸ ਦਾ ਅਪਘਟਨ ਹੋਇਆ ਤੇ ਬਣਿਆ ਸਿਲਵਰ ਅਤੇ ਕਲੋਰੀਨ ਗੈਸ। ਬੇਟਾ ਕਿਉਂਕਿ ਪ੍ਰਕਾਸ਼ ਦੀ ਮੌਜੂਦਗੀ ਵਿੱਚ ਸਿਲਵਰ ਕਲੋਰਾਈਡ ਦਾ ਅਪਘਟਨ ਹੋਇਆ ਤੇ ਇਸ ਕਿਰਿਆ ਨੂੰ ਅਸੀਂ ਪ੍ਰਕਾਸ਼ੀ ਅਪਘਟਨ ਕਿਰਿਆ ਕਵਾਂਗੇ, ਲਾਈਟ ਡੀਕੰਪੋਜੀਸ਼ਨ ਰਿਐਕਸ਼ਨ। ਲਾਈਟ ਡੀਕੰਪੋਜੀਸ਼ਨ ਰਿਐਕਸ਼ਨ ਦੀ ਇੱਕ ਹੋਰ ਐਗਜ਼ਾਮਪਲ ਹੈ ਸਿਲਵਰ ਬ੍ਰੋਮਾਈਡ। ਜਦੋਂ ਇਸ ਉੱਤੇ ਸੂਰਜ ਦਾ ਪ੍ਰਕਾਸ਼ ਪੈਂਦਾ ਹੈ ਤਾਂ ਇਹ ਸਿਲਵਰ ਅਤੇ ਬ੍ਰੋਮਿਨ ਵਿੱਚ ਟੁੱਟ ਜਾਂਦਾ ਹੈ। ਇਹ ਵੀ ਤੁਹਾਡੀ ਪ੍ਰਕਾਸ਼ੀ ਅਪਘਟਨ ਕਿਰਿਆ ਦੀ ਹੀ ਉਦਾਹਰਨ ਹੈ, ਲਾਈਟ ਡੀਕੰਪੋਜੀਸ਼ਨ ਰਿਐਕਸ਼ਨ ਦੀ ਉਦਾਹਰਨ ਹੈ ਤੇ ਇਸ ਕਿਰਿਆ ਦੀ ਵਰਤੋਂ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਵਿੱਚ ਹੁੰਦੀ ਹੈ। ਬੇਟਾ ਆਇਰਨ ਲੋਹਾ ਜਦੋਂ ਕਾਪਰ ਸਲਫੇਟ ਨਾਲ ਕਿਰਿਆ ਕਰਦਾ ਹੈ ਤੇ ਇਹ ਆਇਰਨ ਸਲਫੇਟ ਅਤੇ ਕਾਪਰ ਬਣਾਉਂਦਾ ਹੈ। ਬੇਟਾ ਇਸ ਕਿਰਿਆ ਵਿੱਚ ਕੀ ਹੁੰਦਾ ਹੈ ਕਿ ਜਦੋਂ ਕੋਈ ਵੱਧ ਕਿਰਿਆਸ਼ੀਲ ਧਾਤ ਕਿਸੇ ਘੱਟ ਕਿਰਿਆਸ਼ੀਲ ਧਾਤ ਦੇ ਲੂਣ ਨਾਲ ਕਿਰਿਆ ਕਰਦੀ ਹੈ ਤਾਂ ਉਹ ਘੱਟ ਕਿਰਿਆਸ਼ੀਲ ਧਾਤ ਨੂੰ ਉਸਦੇ ਲੂਣ ਵਿੱਚੋਂ ਵਿਸਥਾਪਿਤ ਕਰ ਦਿੰਦੀ ਹੈ। ਇਸ ਕਿਰਿਆ ਵਿੱਚ ਜਿਹੜਾ ਲੋਹਾ ਹੈ ਉਹ ਕਾਪਰ ਤੋਂ ਵੱਧ ਕਿਰਿਆਸ਼ੀਲ ਹੈ, ਇਸ ਕਰਕੇ ਲੋਹਾ ਕਾਪਰ ਸਲਫੇਟ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰਕੇ ਆਇਰਨ ਸਲਫੇਟ ਬਣਾਉਂਦਾ ਹੈ, ਨਾਲ ਕਾਪਰ ਬਣਾਉਂਦਾ ਹੈ। ਬੇਟਾ ਜਿਹੜਾ ਆਇਰਨ ਸਲਫੇਟ ਹੈ ਉਸ ਦਾ ਰੰਗ ਹਰਾ ਤੇ ਕਾਪਰ ਸਲਫੇਟ ਦਾ ਰੰਗ ਨੀਲਾ ਹੁੰਦਾ ਹੈ। ਜਦੋਂ ਅਸੀਂ ਕਿਰਿਆ ਸ਼ੁਰੂ ਕਰਦੇ ਹਾਂ ਤਾਂ ਅਸੀਂ ਨੀਲੇ ਰੰਗ ਦੇ ਕਾਪਰ ਸਲਫੇਟ ਵਿੱਚ ਲੋਹੇ ਦੀਆਂ ਮੇਖਾਂ ਪਾਉਂਦੇ ਹਾਂ, ਪਰ ਕਿਰਿਆ ਤੋਂ ਬਾਅਦ ਉਹ ਜਿਹੜਾ ਨੀਲੇ ਰੰਗ ਦਾ ਘੋਲ ਹੈ ਉਸ ਦਾ ਰੰਗ ਬਦਲ ਕੇ ਉਹ ਹਰੇ ਰੰਗ ਦੇ ਘੋਲ ਵਿੱਚ ਪਰਿਵਰਤਿਤ ਹੋ ਜਾਂਦਾ ਹੈ, ਕਿਉਂਕਿ ਕਿਰਿਆ ਦੇ ਦੌਰਾਨ ਆਇਰਨ ਜਿਹੜਾ ਹੈ, ਲੋਹਾ ਜਿਹੜਾ ਹੈ ਉਹ ਕਾਪਰ ਨੂੰ ਕਾਪਰ ਸਲਫੇਟ ਦੇ ਘੋਲ ਵਿੱਚੋਂ ਵਿਸਥਾਪਿਤ ਕਰਕੇ ਆਇਰਨ ਸਲਫੇਟ ਬਣਾ ਦਿੰਦਾ ਹੈ ਤੇ ਉਸ ਆਇਰਨ ਸਲਫੇਟ ਦਾ ਰੰਗ ਹੀ ਹਰਾ ਹੁੰਦਾ ਹੈ।
ਬੇਟਾ ਇਹ क्रिया डिसप्लेसमेंट रिएक्शन विस्थापन क्रिया की उदाहरण सी। विस्थापन क्रिया की एक होर उदाहरण तुसी देखो, जिंक जमा कॉपर सल्फेट बनाता है जिंक सल्फेट जमा कॉपर। इस क्रिया विच जिंक जिहड़ा है वो कॉपर तो वध क्रियाशील धात है, इस करके कॉपर सल्फेट विचों कॉपर नूं जिंक विस्थापित कर देगा तो जिंक सल्फेट बन जाएगा तो नाल बनेगा कॉपर। बेटा सिल्वरी वाइट कलर के जिंक ਨੂੰ ਜਦੋਂ ਤੁਸੀਂ ਬਲੂ ਕਲਰ ਦੇ ਕਾਪਰ ਸਲਫੇਟ ਵਿੱਚ ਪਾਉਂਦੇ ਹੋ ਤਾਂ ਜ਼ਿੰਕ ਕਾਪਰ ਸਲਫੇਟ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰਕੇ ਜ਼ਿੰਕ ਸਲਫੇਟ ਬਣਾ ਦਿੰਦਾ ਹੈ ਤੇ ਜਿਹੜਾ ਸੋਲਿਊਸ਼ਨ ਹੈ ਉਹ ਬਲੂ ਤੋਂ ਕਲਰਲੈਸ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਨਾਲ ਬਣਦਾ ਕਾਪਰ ਜਿਹੜਾ ਕਿ ਰੈਡਿਸ਼ ਬਰਾਊਨ ਕਲਰ ਦਾ ਹੁੰਦਾ ਹੈ। ਇਹ ਵੀ ਵਿਸਥਾਪਨ क्रिया ਦੀ ਹੀ ਉਦਾਹਰਨ ਸੀ। ਨੈਕਸਟ ਬੇਰੀਅਮ ਕਲੋਰਾਈਡ ਪਲਸ ਸੋਡੀਅਮ ਸਲਫੇਟ ਟੂ ਫਾਰਮ ਬੇਰੀਅਮ ਸਲਫੇਟ ਪਲਸ ਸੋਡੀਅਮ ਕਲੋਰਾਈਡ। ਇਹ ਦੋਹਰਾ ਵਿਸਥਾਪਨ क्रिया ਦੀ ਉਦਾਹਰਨ ਹੈ, ਡਬਲ ਡਿਸਪਲੇਸਮੈਂਟ ਰਿਐਕਸ਼ਨ ਦੀ ਉਦਾਹਰਨ ਹੈ। ਇਸ क्रिया ਵਿੱਚ ਕੀ ਹੁੰਦਾ ਹੈ ਕਿ ਅਭਿਕਾਰਕਾਂ ਦੇ ਆਇਨਾਂ ਦੀ ਅਦਲਾ ਬਦਲੀ ਹੁੰਦੀ ਹੈ। ਤੁਸੀਂ ਇੱਥੇ ਦੇਖੋ ਸੋਡੀਅਮ ਆਇਨ ਤੇ ਦੂਜੇ ਸਾਲਟ ਦਾ ਕਲੋਰਾਈਡ ਆਇਨ ਆਪਸ ਵਿੱਚ ਰਿਐਕਟ ਕਰਨਗੇ, ਸੋਡੀਅਮ ਕਲੋਰਾਈਡ ਬਣੇਗਾ ਤੇ ਬਾਕੀ ਬੇਰੀਅਮ ਅਤੇ ਸਲਫੇਟ ਇਹ ਆਪਸ ਵਿੱਚ ਰਿਐਕਟ ਕਰਕੇ ਬੇਰੀਅਮ ਸਲਫੇਟ ਬਣਾਉਣਗੇ। बेटा एक होर उदाहरण लो तुसी दोहरे विस्थापन क्रिया दी, सोडियम क्लोराइड प्लस सिल्वर नाइट्रेट। ये आपस में रिएक्ट करके बनाएंगे सिल्वर क्लोराइड प्लस सोडियम नाइट्रेट। देखो NaCl तो क्लोराइड आयन तो AgNO3 तो सिल्वर आयन आपस में रिएक्ट करेंगे, सिल्वर क्लोराइड बनाएंगे तो बाकी सोडियम और नाइट्रेट आयन रिएक्ट करके सोडियम नाइट्रेट बनाएंगे। बेटा नैक्सट देखो वाटर पानी विचों बिजली लंघाई है, इलैक्ट्रिसिटी पास की है तो वह हाइड्रोजन और ऑक्सीजन गैस में स्प्लिट हो गया। मतलब जदों पानी विचों बिजली लंघाई जाती है तो उसका अपघटन हो जाता है तो वह हाइड्रोजन और ऑक्सीजन गैस बनाता है। क्योंकि बिजली लंघाण नाल पानी का अपघटन होया, इस करके इस रिएक्शन नूं तुसीं बिजलई अपघटन इलैक्ट्रिकल डिकंपोजिशन कहते हो। इसनूं इलैक्ट्रोलिसिस ऑफ वाटर भी कहा जाता है। नैक्सट इज़ ऑक्सीडेशन रिडक्शन रिएक्शन, ऑक्सीकरण लघुकरण क्रिया। बेटा एक रसायनिक प्रतिक्रिया ਵਿੱਚ ਲਘੂਕਰਨ ਅਤੇ ਆਕਸੀਕਰਨ ਨਾਲੋਂ ਨਾਲ ਹੁੰਦੇ ਹਨ। ਇਹਨਾਂ ਨੂੰ ਰਿਡੌਕਸ ਰਿਐਕਸ਼ਨਸ ਵੀ ਕਿਹਾ ਜਾਂਦਾ ਹੈ। ਤੇ ਬੇਟਾ ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਕਸੀਕਰਨ ਤੇ ਲਘੂਕਰਨ ਦਾ ਮਤਲਬ ਕੀ ਹੈ। ਜਦੋਂ ਕੋਈ ਪਦਾਰਥ क्रिया ਦੇ ਦੌਰਾਨ ਆਕਸੀਜਨ ਪ੍ਰਾਪਤ ਕਰਦਾ ਹੈ ਜਾਂ ਹਾਈਡਰੋਜਨ ਗਵਾ ਦਿੰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਉਸਦਾ ਆਕਸੀਕਰਨ ਹੋ ਗਿਆ। पर जदों कोई पदार्थ क्रिया के दौरान ऑक्सीजन गवा दिंदा है या हाइड्रोजन प्राप्त करता है तो असी कहते हैं कि उसका लघुकरण हो गया। जिस तरह साडी क्रिया विच कॉपर ऑक्साइड है, कॉपर ऑक्साइड तो बनया कॉपर है ना, तो कॉपर ऑक्साइड ने अपनी ऑक्सीजन गवाती तो कॉपर बनाता, इस करके इसका लघुकरण होया। उस तरह हाइड्रोजन ने वो ऑक्सीजन लै ली तो वाटर बनाता, पानी बनाता। इस करके क्योंकि हाइड्रोजन विच ऑक्सीजन ऐड हुई तो नाल बन गया पानी, इस करके हाइड्रोजन का ऑक्सीकरण होया। हुण जिहड़ा पदार्थ ऑक्सीजन गवा दिंदा है दूजे नूं ऑक्सीजन दे दिंदा है उसनूं असी ऑक्सीकारक कहने हाँ, ते जिहड़ा पदार्थ ऑक्सीजन ग्रहण कर लैंदा है उसनूं असी लघुकारक कहने हाँ। साडी क्रिया विच कॉपर ऑक्साइड ने अपनी ऑक्सीजन गवा दित्ती, दे दित्ती हाइड्रोजन नूं, इस करके क्योंकि कॉपर ऑक्साइड ने ऑक्सीजन दे दित्ती ते ये हो गया ऑक्सीकारक। हाइड्रोजन रिस्पॉन्सिबल सी ऑक्सीजन नूं लैण लई, इस करके हाइड्रोजन हो गया लघुकारक। ਤਾਂ ਉਮੀਦ ਕਰਦੀ ਹਾਂ ਅੱਜ ਦਾ ਟੌਪਿਕ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਤੁਸੀਂ ਇਹ ਸਾਰੀ ਰਸਾਇਣਿਕ ਕ੍ਰਿਆਵਾਂ, ਰਸਾਇਣਿਕ ਸਮੀਕਰਨਾਂ ਯਾਦ ਵੀ ਕਰ ਲੈਣੀਆਂ ਹਨ ਅਤੇ ਇਹਨਾਂ ਨੂੰ ਲਿਖ ਕੇ ਪ੍ਰੈਕਟਿਸ ਕਰਨੀ ਹੈ। ਥੈਂਕ ਯੂ।